ਸਾਨੂੰ ਤਕਰੀਬਨ 3 ਸਾਲ ਹੋ ਗਏ ਨੇ ਕੰਮ ਕਰਦਿਆਂ ਤੇ ਖੈਰੀ ਮੇਰੀ ਕਾਫੀ ਸਾਰੀ ਮੁਨਾਫਾ ਬਖਸ਼ ਜਿਹੜਾ ਕਾਰੋਬਾਰ ਹੈ। ਖਰਚਾ ਲੇਬਰ ਸਮੇਤ ਪਾ ਕੇ ਤਕਰੀਬਨ ਲੱਖ ਦੇ ਰਾਉਂਡ ਸਾਨੂੰ ਖਰਚਾ ਲੱਖ ਜਾਂ ਲੱਖ ਤੋਂ ਥੋੜਾ ਜਿਹਾ ਉੱਤੇ ਹੋ ਜਾਂਦਾ ਇੱਕ ਬੱਚੇ ਦਾ। ਖਰੀਦਦਾਰੀ ਤੇ ਖਰਚਾ ਦੋਵੇਂ ਚੀਜ਼ਾਂ ਪਾ ਕੇ ਸਾਨੂੰ ਲੱਖ 'ਚ 1 ਲੱਖ 10 ਤਿਆਰ ਹੋ ਜਾਂਦਾ ਤੇ 40-50 ਹਜ਼ਾਰ ਸਾਡਾ ਫਰੋਖਤ ਹੋ ਜਾਂਦਾ। 30-40 ਹਜ਼ਾਰ ਫੀ ਜਾਨਵਰ ਸਾਨੂੰ ਜਿਹੜਾ 6 ਮਹੀਨੇ ਛੱਡ ਗਿਆ। अस्सलाम वालेकुम। वालेकुम अस्सलाम रहमतुल्लाह। सर की नाम है जनाब दा? मेरा नाम कोट निशात अफजल है, कोटी नरगढ़ पिंड है मेरा, तहसील दसका सियालकोट ਨਾਲ ਤਲਕ। ठीक है सर, ਤੁਸੀਂ ਕਿੰਨੇ ਅਰਸੇ ਤੋਂ ਵੱਛਿਆਂ ਦਾ ਕਾਰੋਬਾਰ ਕਰਦੇ ਹੋ ਪਏ? ਅਸੀਂ ਤਕਰੀਬਨ 3 ਸਾਲ ਤੋਂ ਬੱਚੇ ਦਾ ਕਾਰੋਬਾਰ ਕਰਨੇ ਆ ਪਏ। ਅਸੀਂ ਲੈ ਕੇ ਆਉਂਦੇ ਆ ਮੰਡੀਆਂ ਦੇ ਵਿੱਚੋਂ, ਮੁxtਲਿਫ ਮੰਡੀਆਂ ਦੇ ਵਿੱਚੋਂ ਖਰੀਦ ਕੇ, ਤੇ ਅਸੀਂ 1.5 ਸਾਲ ਦਾ ਤਕਰੀਬਨ ਜਾਨਵਰ ਲੈ ਕੇ ਆਉਂਦੇ ਆ ਤੇ 6 ਮਹੀਨੇ ਦੀ ਪਰਵਰਿਸ਼ ਕਰਨੇ ਆ। ਅਸੀਂ ਆਪ ਵੀ ਮੰਡਾ ਦਾ ਤਿਆਰ ਕਰ ਲੈਂਦੇ ਆ ਤੇ ਬਾਹਰੋਂ ਮਾਰਕੀਟ ਚੋਂ ਵੀ ਲੈ ਆਉਂਦੇ ਆ ਤੇ ਈਦ ਦੇ ਉੱਤੇ ਜਾ ਕੇ ਕੁਰਬਾਨੀ ਦੇ ਤੌਰ ਤੇ ਤਿਆਰ ਕਰਕੇ ਵੇਚਦੇ ਆ। ਅੱਛਾ ਸਰ, ਤੁਸੀਂ ਗੱਲ ਕੀਤੀ ਵੰਡਾ ਖੁਦ ਤਿਆਰ ਕਰਦੇ ਹੋ। ਵੰਡਾ ਕਿਹੜਾ ਤੁਸੀਂ ਖੁਦ ਤਿਆਰ ਕਰਦੇ, ਕਿਹੜੀ ਚੀਜ਼ਾਂ ਦਾ ਇਸਤੇਮਾਲ ਕਰਦੇ ਹੋ? ਅਸੀਂ ਉਹਦੇ ਵਿੱਚ ਤਾਰਾ ਮੀਰਾ ਪਾਉਂਦੇ ਆ, ਸਰੋਂ ਪਾਉਂਦੇ ਆ, ਦਲੀਆ ਪਾਉਂਦੇ ਆ, ਇਹ ਚੀਜ਼ਾਂ ਪਾ ਕੇ ਮਿਕਸ ਕਰਕੇ ਤੇ ਜਾਨਵਰ ਦਿੰਦੇ ਆ। ਇੱਕ ਜਾਨਵਰ ਨੂੰ ਕਿੰਨਾ ਇਸਤੇਮਾਲ ਕਰਵਾਉਂਦੇ ਹੋ? ਤਕਰੀਬਨ ਰੋਜ਼ਾਨਾ ਦਾ 2 ਕਿਲੋ ਇੱਕ ਜਾਨਵਰ ਨੂੰ ਇਸਤੇਮਾਲ ਹੁੰਦਾ ਹੈ। ਮਾਸ਼ਾਅੱਲਾ, ਇਸ ਟਾਈਮ ਤੁਹਾਡੇ ਕੋਲ ਕਿੰਨੇ ਜਾਨਵਰ ਮੌਜੂਦ ਜੇ? ਸਾਡੇ ਕੋਲ ਇਸ ਟਾਈਮ 40 ਤੋਂ 50 ਜਾਨਵਰ ਮੌਜੂਦ ਨੇ, ਛੋਟੇ ਵੱਡੇ ਜਿਹੜੇ। ਕਿੰਨਾ ਤਜਰਬਾ ਸਰ, ਕਿੰਨਾ ਐਕਸਪੀਰੀਅੰਸ ਤੁਹਾਡਾ ਵਾਲਾ? ਸਾਨੂੰ ਤਕਰੀਬਨ 3 ਸਾਲ ਹੋ ਗਏ ਨੇ ਕੰਮ ਕਰਦਿਆਂ ਤੇ ਖੈਰੀ ਮੇਰੀ ਕਾਫੀ ਸਾਰੀ ਮੁਨਾਫਾ ਬਖਸ਼ ਜਿਹੜਾ ਕਾਰੋਬਾਰ ਹੈ। 2 ਸਾਲ ਕੈਸਾ ਰਿਹਾ ਤਜਰਬਾ? ਬਿਹਤਰੀਨ ਤਜਰਬਾ ਰਿਹਾ ਸਾਡਾ, ਤਾਂ ਹੀ ਸਾਥੀ ਸਾਲ ਸ਼ੁਰੂ ਕੀਤਾ ਸੀ। ਮਾਸ਼ਾਅੱਲਾ, ਤੁਸੀਂ ਕੱਟੇ ਵੀ ਰੱਖੇ ਨੇ, ਠੀਕ ਹੈ? ਤੁਸੀਂ ਕੱਟਿਆਂ ਦਾ ਕਾਰੋਬਾਰ ਵੀ ਕਰਦੇ ਹੋ ਨਾਲ ਕਿ ਖਾਲੀ ਬੱਚਿਆਂ ਦਾ ਹੀ? ਨਹੀਂ, ਕੱਟਿਆਂ ਦਾ ਅਸੀਂ ਕਰਨੇ ਆ 6 ਮਹੀਨੇ ਹੀ ਕੱਟਿਆਂ ਦਾ ਕਰਨੇ ਆ, 6 ਮਹੀਨੇ ਸਾਲ ਦੇ ਵਿੱਚ ਇਹਦਾ ਬੱਚਿਆਂ ਦਾ ਕਰਨੇ। ਜ਼ਿਆਦਾ ਬਿਹਤਰ ਤਜਰਬਾ ਕਿਹਦਾ ਰਿਹਾ ਕੱਟਿਆਂ ਦਾ ਕਿ ਬੱਚਿਆਂ ਦਾ? ਸਾਨੂੰ ਮੈਕਸਿਮਮ ਦੋਵੇਂ ਬਰਾਬਰ ਹੀ ਲੱਗਦੇ ਨੇ ਤਕਰੀਬਨ। ਮਾਸ਼ਾਅੱਲਾ, ਉਦੋਂ ਵੀ ਤਕਰੀਬਨ ਠੀਕ ਰਹਿੰਦਾ, ਕੱਟਿਆਂ ਦਾ ਸੀਜ਼ਨ ਵੀ ਠੀਕ ਰਹਿ ਜਾਂਦਾ। ਉਸ ਤੋਂ ਬਾਅਦ ਅਸੀਂ ਬੱਚੇ ਲਿਆ ਆਉਂਦੇ ਆ, ਬੱਚੇ ਪਾਲਣੇ ਸ਼ੁਰੂ ਕਰਦੇ। ਅੱਛਾ ਸਰ, ਕੱਟੇ ਕਿੰਨੀ ਦੇਰ ਰੱਖ ਕੇ ਸੇਲ ਕਰਦੇ ਹੋ ਤੇ ਬੱਚੇ ਕਿੰਨੀ ਦੇਰ ਰੱਖ ਕੇ ਸੇਲ ਕਰਦੇ ਹੋ? ਅਸੀਂ ਤਕਰੀਬਨ 6 ਮਹੀਨੇ ਕੱਟਿਆ ਵੀ ਰੱਖਣੇ, ਠੀਕ ਹੈ, ਤੇ 6 ਮਹੀਨੇ ਬੱਚੇ ਰੱਖਣੇ। ਸਾਲ ਦੇ ਵਿੱਚ 2 ਹੀ ਫਲਾਕ ਕਰਨੇ। ਸੇਲ ਕਿਹੜੇ ਈਜ਼ੀਲੀ ਜ਼ਿਆਦਾ ਹੋ ਜਾਂਦੇ ਨੇ, ਕੱਟੇ ਜਾਂ ਬੱਚੇ? ਬੱਚੇ ਈਜ਼ੀਲੀ ਦੋਵਾਂ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ ਕੋਈ ਵੀ, ਕਿਉਂਕਿ ਉਹ ਵੀ ਮੰਡੀ ਲੈ ਜਾਓ ਉਸ ਵੇਲੇ ਸੇਲ ਹੋ ਜਾਂਦੇ। ਗਰੋਥ ਰੇਟ ਸਰ ਕਿਹਦਾ ਜ਼ਿਆਦਾ ਵੇ, ਵਾਧੇ ਕਿਹੜੇ ਜ਼ਿਆਦਾ ਨੇ, ਬੱਚੇ ਕਿ ਕੱਟੇ? ਨਹੀਂ, ਬੱਚੇ ਜ਼ਿਆਦਾ ਵੱਧਦੇ ਨੇ ਕੱਟੇ। ਮਾਸ਼ਾਅੱਲਾ, ਬੱਚੇ ਕਿੰਨੀ ਉਮਰ ਦੇ ਲਿਆਉਂਦੇ ਹੋ ਤੇ ਕੱਟੇ ਕਿੰਨੀ ਉਮਰ ਦੇ ਲਿਆਉਂਦੇ ਹੋ? ਬੱਚੇ 1.5 ਸਾਲ ਤੋਂ ਉੱਤੇ ਲੈ ਕੇ ਆਉਂਦੇ ਆ ਸਿਰਫ, ਉਸ ਤੋਂ ਜ਼ਿਆਦਾ ਨਹੀਂ। 17 ਮਹੀਨੇ ਦਾ 18 ਮਹੀਨੇ ਦਾ ਲੈ ਕੇ ਆਉਂਦੇ, ਫਿਰ 6 ਮਹੀਨੇ ਸਾਂਭ ਕੇ ਤੁਹਾਨੂੰ ਈਦ ਦੇ ਉੱਤੇ ਜਿਹੜੀ ਫੋਕ ਪਾਸ਼ਾ 17-18 ਮਹੀਨੇ ਦਾ ਬੱਚਾ ਤੁਹਾਨੂੰ ਕਿੰਨੇ ਦਾ ਮਿਲ ਜਾਂਦਾ? ਸਾਨੂੰ ਤਕਰੀਬਨ 60 ਤੋਂ 65 ਹਜ਼ਾਰ ਦਾ ਮਿਲਦਾ ਹੈ। ਕਿਹੜੀ ਮੰਡੀ ਤੋਂ ਖਰੀਦ ਕੇ ਲਿਆਉਂਦੇ ਹੋ? ਅਸੀਂ ਸਾਈ ਵਾਲੇ ਸਾਈਡ ਤੋਂ ਖਰੀਦ ਕੇ ਲਿਆਉਂਦੇ ਹਾਂ ਜਾਂ ਲਾਹੌਰੋਂ ਮੰਡੀ ਚੋਂ ਖਰੀਦ ਕੇ ਲਿਆਉਂਦੇ ਹਾਂ। ਸਰ ਮਾਸ਼ਾਅੱਲਾ, ਤੁਹਾਡਾ ਇਹ 2-3 ਸਾਲ ਦਾ ਤਜਰਬਾ ਹੈ। ਆਪਣੀ ਖਰੀਦਦਾਰੀ ਦੇ ਮੁਤਲਕ ਦੱਸੋ, ਜਦੋਂ ਤੁਸੀਂ ਜਾਨਵਰ ਖਰੀਦਦੇ ਹੋ, ਜਾਨਵਰ ਦੀਆਂ ਕਿਹੜੀਆਂ ਚੀਜ਼ਾਂ ਵੇਖਦੇ ਹੋ, ਕਿਹੜੀਆਂ ਖੂਬੀਆਂ ਵੇਖਦੇ ਹੋ ਤੇ ਕਿਹੜੀ ਨਸਲ ਨੂੰ ਤਰਜੀਹ ਦਿੰਦੇ ਹੋ? ਅਸੀਂ ਸਿਰਫ ਜਾਨਵਰ ਦਾ ਇਹ ਹੀ ਵੇਖਦੇ ਹਾਂ ਕਿ ਜਾਨਵਰ ਵਧੇਗਾ ਕਿਹੜਾ ਜ਼ਿਆਦਾ। ਅਸੀਂ ਕੋਸ਼ਿਸ਼ ਕਰਨੇ ਕਿ ਸਾਨੂੰ ਉਹ ਜਾਨਵਰ ਮਿਲ ਜਾਏ ਜਿਹੜੀ ਵਧਣ ਫੁੱਲਣ ਦੀ ਕਪੈਸਿਟੀ ਜਿਹੜੀ ਜ਼ਿਆਦਾ ਹੋਵੇ ਜੀ, ਅਸੀਂ ਉਹਦੀ ਕੋਸ਼ਿਸ਼ ਕਰਨੀ ਤੇ ਉਹ ਲੈ ਕੇ ਆਉਂਦੇ ਤੇ ਮੁxtਲਿਫ ਮੰਡੀਆਂ ਜੋ ਜਿੱਥੋਂ ਸਾਨੂੰ ਮਿਲ ਜਾਏ ਅਸੀਂ ਉੱਥੇ ਲੈ ਲਈਏ। ਤੇ ਕਿਹੜੀ ਨਸਲ ਦੇ ਜਾਨਵਰ ਨੂੰ ਤੁਸੀਂ ਤਰਜੀਹ ਦਿੰਦੇ ਹੋ? ਇਹਦੇ ਵਾਸਤੇ ਨਸਲ ਨਹੀਂ, ਦੇਸੀ ਜ਼ਿਆਦਾਤਰ ਜਿਹੜੇ ਨੇ ਉਹ ਵੇਖਦੇ ਆ, ਬਲਾਤੀ ਨੂੰ ਨਹੀਂ ਵੇਖਦੇ, ਦੇਸੀ ਹੀ ਕਰਨੇ ਆ ਕੋਸ਼ਿਸ਼ ਕਿ ਦੇਸੀ ਮਿਲ ਜਾਏ, ਨਸਲ ਸਾਹੀਵਾਲ ਮਿਲ ਜਾਏ, ਠੀਕ ਰਹਿੰਦੀ ਹੈ। ਅੱਛਾ, ਨਹੀਂ ਇਸ ਤੋਂ ਇਲਾਵਾ ਇਹਨਾਂ ਦੀ ਈਦ ਤੇ ਜਿਹੜੇ ਜਾਨਵਰ ਸੇਲ ਹੁੰਦੇ ਨੇ ਉਹਨਾਂ ਦੀ ਖੂਬਸੂਰਤੀ ਵੀ ਮੈਟਰ ਕਰਦੀ ਹੈ? ਉਹ ਤਾਂ ਅਸੀਂ ਕਰਨੇ ਆ, ਰੰਗ ਦੇ ਵਿੱਚ ਥੋੜਾ ਜਿਹਾ ਰੱਖੀਦਾ, ਕੋਸ਼ਿਸ਼ ਕਰੀ ਜੀ ਕਿ ਰੰਗ ਇੱਕ ਹੋਵੇ, ਲਾਲ ਰੰਗ ਹੋਵੇ ਜਾਂ ਕਾਲਾ ਰੰਗ ਹੋਵੇ ਜਾਂ ਸਫੈਦ ਰੰਗ, ਅਸੀਂ ਰੰਗ ਨੂੰ ਤਰਜੀਹ ਦੇਣੀ ਆ। ਦੇਖੋ ਉਸ ਜਿਸ ਤਰ੍ਹਾਂ ਮੰਡੀ 'ਚ ਵੇਲ ਹੋ ਜਾ ਉਸ ਕਰ ਲਵੇ। ਅੱਛਾ ਸਰ, ਬੱਚੇ ਮੰਡੀਆਂ 'ਚ ਸੇਲ ਕਰਦੇ ਹੋ ਕਿ ਇੱਥੇ ਡੇਰੇ ਤੇ ਸੇਲ ਹੋ ਜਾਂਦੇ ਜੇ? ਨਹੀਂ, ਸਹੀ ਡੇਰੇ ਤੇ ਵੀ ਸੇਲ ਕਰ ਲੈਂਦੇ ਆ ਤੇ ਜੇ ਥੋੜੇ ਦੇਰ ਰਹੇ ਫਿਰ ਮੰਡੀ 'ਚ ਵੀ ਲੈ ਕੇ ਜਾਂਦੇ, ਸਿਆਲਕੋਟ ਮੰਡੀ 'ਚ ਹੀ ਫੋਕ ਕਰਨੇ। ਦੋਂਦਾ ਲਿਆਉਂਦੇ ਹੋ ਕਿ ਚੋਗਾ ਲਿਆਉਂਦੇ ਹੋ? ਨਹੀਂ, ਅਸੀਂ ਖੀਰਾ ਲੈ ਕੇ ਆਉਂਦੇ ਆ, ਦੋਂਦੇ ਸਾਡੇ ਕੋਲ ਇਨਸ਼ਾਅੱਲਾ ਹੋ ਜਾਂਦੇ ਨੇ, ਦੋਨੇ ਹੋ ਜਾਂਦੇ ਨੇ ਮਾਸ਼ਾਅੱਲਾ। ਅੱਛਾ ਸਰ, 2 ਸਾਲ ਤੁਸੀਂ ਹੋ ਗਏ ਤੁਹਾਨੂੰ ਬੱਚੇ ਸੇਲ ਕਰਦੇ ਆ, ਅੱਜ ਤੱਕ ਮੈਕਸਿਮਮ ਮਹਿੰਗਾ ਤੋਂ ਮਹਿੰਗਾ ਬੱਚਾ ਤੋਂ ਕਿੰਨਾ ਸੇਲ ਕੀਤਾ ਹੋਵੇ? ਅਸੀਂ 1.5 ਲੱਖ ਤੱਕ ਕਰਨੇ ਆ ਸੇਲ। ਅੱਛਾ, 70,000 ਤੱਕ ਸਾਡੀ ਖਰੀਦ ਹੁੰਦੀ ਹੈ ਤੇ 1.5 ਲੱਖ ਤੱਕ ਅਸੀਂ ਜਿਹੜਾ ਤਿਆਰ ਕਰਕੇ ਵੇਚ ਲਈ। ਮਾਸ਼ਾਅੱਲਾ। ਅੱਛਾ ਸਰ, ਆਪਣੇ ਜਾਨਵਰਾਂ ਦੀ ਰੋਜ਼ਾਨਾ ਦੀ ਖੁਰਾਕ ਤੁਸੀਂ ਕੀ ਰੱਖੀ ਹੈ? ਅਸੀਂ ਆਮ ਰੂਟੀਨ ਦੇ ਵਿੱਚ ਜਿਹੜਾ ਤੂੜੀ ਵਗੈਰਾ ਹੁੰਦੀ ਹੈ ਜਾਂ ਜਿਹੜਾ ਆਮ ਰੂਟੀਨ ਜਿੱਦਾਂ ਜਿਹੜਾ ਚਾਰਾ ਹੁੰਦਾ ਉਹ ਇਸਤੇਮਾਲ ਕਰਨੇ ਆ। ਉਹਦੇ ਵਾਸਤੇ ਨਾਲ ਐਕਸਟਰਾ ਜਿਹੜਾ ਕੋਈ ਵੰਡਾ ਇਸਤੇਮਾਲ ਕਰ ਲੈਂਦੇ ਆ। ਕੋਈ ਮਾਰਕੀਟ ਦੇ ਵਿੱਚ ਅਵੇਲ ਨੇ ਸਾਡੇ ਵੰਡੇ ਉਹ ਲੈ ਲੈਂਦੇ ਇਸਤੇਮਾਲ ਕਰਦੇ। ਅੱਛਾ ਸਰ, ਮਾਜ਼ਰਤ ਤੁਸੀਂ ਕਿ ਕਿੰਨੇ ਦਾ ਦੱਸਿਆ ਵੇ, ਕਿੰਨੇ ਦਾ ਤੁਸੀਂ 17-18 ਮਾਹ ਦਾ ਇੱਕ ਬੱਚਾ ਲਿਆਉਂਦੇ ਹੋ? ਅਸੀਂ ਇੱਕ ਬੱਚਾ ਤਕਰੀਬਨ 60 ਤੋਂ 70 ਹਜ਼ਾਰ ਦੇ ਵਿੱਚ ਖਰੀਦਦਾ। 60 ਤੋਂ 70 ਹਜ਼ਾਰ ਦਾ ਇੱਕ ਬੱਚਾ ਹੋ ਗਿਆ ਮਾਸ਼ਾਅੱਲਾ। ਉਹਨੂੰ 1 ਸਾਲ ਰੱਖਦੇ ਹੋ? ਨਹੀਂ, 6 ਮਹੀਨੇ ਸਿਰਫ ਹੀ ਰੱਖਦੇ ਆ। 6 ਮਹੀਨੇ ਰੱਖ ਕੇ ਉਹਦੇ ਤੇ ਖਰਚਾ ਇੱਕ ਬੱਚੇ ਤੇ ਕਿੰਨਾ ਆ ਜਾਂਦਾ ਜੇ? ਖਰਚਾ ਲੇਬਰ ਸਮੇਤ ਪਾ ਕੇ ਤਕਰੀਬਨ ਲੱਖ ਦੇ ਰਾਉਂਡ ਸਾਨੂੰ ਖਰਚਾ ਲੱਖ ਜਾਂ ਲੱਖ ਤੋਂ ਥੋੜਾ ਜਿਹਾ ਉੱਤੇ ਹੋ ਜਾਂਦਾ ਇੱਕ ਬੱਚੇ ਦਾ। ਖਰੀਦਦਾਰੀ ਤੇ ਖਰਚਾ ਦੋਵੇਂ ਚੀਜ਼ਾਂ ਪਾ ਕੇ? ਦੋਵੇਂ ਚੀਜ਼ਾਂ ਪਾ ਕੇ ਸਾਨੂੰ ਲੱਖ 'ਚ 1 ਲੱਖ 10 ਤਿਆਰ ਹੋ ਜਾਂਦਾ ਤੇ 40-50 ਹਜ਼ਾਰ ਸਾਡਾ ਫਰੋਖਤ ਹੋ ਜਾਂਦਾ। 30-40 ਹਜ਼ਾਰ ਫੀ ਜਾਨਵਰ ਸਾਨੂੰ ਜਿਹੜਾ 6 ਮਹੀਨੇ ਛੱਡ ਗਿਆ। ਮਾਸ਼ਾਅੱਲਾ, ਜ਼ਬਰਦਸਤ। ਅੱਛਾ ਸਰ, ਇਹ ਦੱਸੋ ਕਿ ਵੱਛੇ ਦੀ ਜਿਹੜੀ ਅੱਛੀ ਤਿਆਰੀ ਹੈ ਉਹ ਕਿਹੜੀ ਖੁਰਾਕ ਤੇ ਹੋ ਸਕਦੀ ਹੈ? ਜਿਹੜੀ ਤੁਸੀਂ ਖੁਰਾਕ ਨੂੰ ਇਸਤੇਮਾਲ ਕਰਾਂਦੀ ਹੋ, ਉਹ ਖੁਰਾਕ ਤੋਂ ਤੁਸੀਂ ਮੁਤਮਿਨ ਹੋ ਜਾਂ ਕਿ ਉਹਦੇ 'ਚ ਕੋਈ ਤਬਦੀਲੀ ਹੋਣੀ ਚਾਹੀਦੀ ਹੈ?
ਨਹੀਂ, ਅਸੀਂ ਮੁਤਮਿਨ ਆ ਜਿਹੜੀਆਂ ਆਪਣੀ ਖੁਰਾਕ ਇਸਤੇਮਾਲ ਕਰਦੇ, ਕਿਉਂਕਿ ਅਸੀਂ ਆਪਣੀ ਜ਼ਿਆਦਾਤਰ ਖੁਰਾਕ ਇਸਤੇਮਾਲ ਕਰਦੇ ਹਾਂ। ਅੱਛਾ, ਕੁਝ ਲੋਕ ਹੁੰਦੇ ਨੇ ਕਿ ਉਹ ਜਿਹੜੇ ਸ਼ੁਰੂ ਦੇ ਮਹੀਨੇ ਹੁੰਦੇ ਨੇ ਉਹ ਸਿਰਫ ਦੇਸੀ ਖੁਰਾਕ ਰੱਖਦੇ ਨੇ, ਵੰਡਾ ਇਸਤੇਮਾਲ ਨਹੀਂ ਕਰਾਉਂਦੇ। ਜਦੋਂ ਈਦ ਕਰੀਬ ਹੁੰਦੀ ਹੈ ਉਦੋਂ ਵੰਡਾ ਇਸਤੇਮਾਲ ਕਰਾਉਂਦੇ ਨੇ। ਤੁਹਾਡਾ ਜਿਹੜਾ ਤਜਰਬਾ ਹੈ ਉਹ ਕੀ ਕਹਿੰਦਾ ਹੈ? ਅਸੀਂ ਰੂਟੀਨ ਨਾਲ ਜਿਹੜਾ ਵੰਡਾ ਇਸਤੇਮਾਲ ਕਰਨੇ ਉਹ ਐਂਡ ਤੱਕ ਰੱਖਣੇ ਆ। ਅਸੀਂ ਇਸ ਚੀਜ਼ ਨੂੰ ਨਹੀਂ ਕਰਦੇ ਕੋਈ ਵੀ। ਅਸਾਂ ਆਪਣਾ ਨਾ ਮੰਡੀ ਬਣਾਣੀ, ਆਪਣਾ ਨਾਂ ਬਣਾਉਣਾ ਚਾਹੁੰਦੇ ਹਾਂ। ਅਸੀਂ ਨਹੀਂ ਚਾਹੁੰਦੇ ਕੋਈ ਵੀ ਬਸ ਆਏ ਸੀਜ਼ਨ ਲਾਇਆ ਤੇ ਨਿਕਲ ਗਿਆ। ਸੀਜ਼ਨ ਇੱਕ ਤਾਂ ਨਹੀਂ ਲਾਣਾ, ਕੋਈ ਚੱਲਣਾ ਇਨਸ਼ਾਅੱਲਾ ਮੰਡੀ ਵਿੱਚ। ਅੱਛਾ, ਵੰਡਾ ਤੁਸੀਂ ਇਹਨਾਂ ਨੂੰ 6 ਮਹੀਨੇ ਇਹ ਰੋਜ਼ਾਨਾ 2 ਕਿਲੋ ਦੇ ਹਿਸਾਬ ਨਾਲ ਇਸਤੇਮਾਲ ਕਰਵਾਉਂਦੇ ਹੋ? ਰੋਜ਼ਾਨਾ 2 ਕਿਲੋ ਦੇ ਹਿਸਾਬ ਨਾਲ ਫੀ ਜਾਨਵਰ ਇਸਤੇਮਾਲ ਕਰਦੇ। ਇਸ ਤੋਂ ਇਲਾਵਾ ਜਿਹੜਾ ਸਬਜ਼ ਚਾਰਾ ਹੈ ਤੇ ਤੂੜੀ ਹੈ, ਉਹ ਰੋਜ਼ਾਨਾ ਦਾ ਇੱਕ ਵੱਛਾ ਕਿੰਨਾ ਖਾਈ ਜਾਂਦਾ ਹੈ? ਇਹ ਤਕਰੀਬਨ 10 ਤੋਂ 15 ਕਿਲੋ ਦਾ ਨੋਟ ਇਹ ਚੀਜ਼ ਮਿਲਾ ਕੇ ਖਾ ਜਾਂਦੇ ਹੋਣਗੇ 24 ਘੰਟੇ 'ਚ ਇੱਕ ਜਾਨਵਰ। ਇਹ 10 ਤੋਂ ਔਸਤ ਨਹੀਂ ਕੱਢੀ ਹੁੰਦੀ ਕੋਈ ਵੀ, ਜਿਹੜੀ ਰੂਟੀਨ ਨਾਲ ਪੈਂਦਾ ਉਹ ਚੱਲਦਾ ਰਹਿੰਦਾ ਨਾ। ਤੇ ਇਹ ਜਿਹੜਾ ਰੋਜ਼ਾਨਾ ਦਾ ਇਹ ਬਲਕਿ ਖਰਚਾ ਤੇ ਤੁਸੀਂ ਦੱਸ ਦਿੱਤਾ ਜਿੰਨਾ ਵੀ ਹੈ, ਤੇ ਰੋਜ਼ਾਨਾ ਦਾ ਤੇ ਪੁੱਛਣ ਦੀ ਜ਼ਰੂਰਤ ਨਹੀਂ। ਹੁਣ ਸਰ ਇਹ ਦੱਸੋ, ਜਦੋਂ ਤੁਸੀਂ ਵੱਛਾ ਖਰੀਦ ਕੇ ਆਪਣੇ ਫਾਰਮ ਤੇ ਲੈ ਆਉਂਦੇ ਹੋ ਤੇ ਉਦੋਂ ਤੁਸੀਂ ਕੀ ਕੋਈ ਇਹਤਿਆਤੀ ਤਦਾਬੀਰ ਕਰਦੇ ਹੋ? ਕਿਉਂਕਿ ਜ਼ਿਆਦਾਤਰ ਜਾਨਵਰਾਂ ਨੂੰ ਪਾਣੀ ਲੱਗਦਾ ਵੀ ਮਸਲਾ ਵੀ ਹੁੰਦਾ ਹੈ। ਨਹੀਂ, ਅਸੀਂ ਆਉਂਦੇ ਆ ਜਿਹੜਾ ਡਾਕਟਰ ਨਾਲ ਮਸ਼ਵਰਾ ਕਰਕੇ ਮੈਡੀਸਨ ਨੂੰ ਦਿੰਦੇ ਆ। ਮੈਡੀਸਨ ਦੂਸਰੀਆਂ ਵੀ ਵੈਕਸੀਨ ਨਾਲ ਵੈਕਸੀਨ ਕਰਾਉਂਦੇ ਰਹਿੰਦੇ ਆ। ਇਹ ਤੁਸੀਂ 6 ਮਹੀਨੇ ਦੇ ਅਰਸੇ ਦੇ ਦੌਰਾਨ ਇਹਨਾਂ ਨੂੰ ਕਿਹੜੀ ਵੈਕਸੀਨ ਕਰਾਉਂਦੇ ਹੋ, ਕਿੰਨੀ ਮਰਤਬਾ ਕਰਵਾਉਂਦੇ ਹੋ? ਅਸੀਂ ਇਹਨਾਂ ਨੂੰ ਮੂੰਹ ਖੋਰ ਦੀ ਵੀ ਕਰਵਾਉਂਦੇ ਆ, ਇਹਨਾਂ ਨੂੰ ਗਲਗੋਟੇ ਦੀ ਵੀ ਆ ਕੇ ਵੈਕਸੀਨ ਆਪ ਕਰਵਾਉਂਦੇ ਆ। ਸਟਾਰਟ ਦੇ ਵਿੱਚ ਆ ਕੇ ਨਿਰਜਨ ਵਗੈਰਾ ਨੂੰ ਦੇਖਣਾ, ਪੇਟ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ। ਯਾਨੀ ਉਹ ਡੀਵਰਮਿੰਗ ਵਾਸਤੇ ਤੁਸੀਂ ਨੈਲਜ਼ਨ ਦਿੰਦੇ ਹੋ? ਨੈਲਜ਼ਨ ਦਿੰਦੇ ਆ। ਤੇ ਇਸ ਤੋਂ ਇਲਾਵਾ ਜਿਹੜੀ ਤੁਸੀਂ ਵੈਕਸੀਨੇਸ਼ਨ ਕਰਦੇ ਹੋ ਉਹ ਇੱਕ ਦਫਾ ਹੀ ਕਰਦੇ ਹੋ 6 ਮਹੀਨੇ ਦੇ ਦੌਰਾਨ ਜਾਂ 2 ਦਫਾ ਕਰਦੇ ਹੋ? ਨਹੀਂ, ਅਸੀਂ ਇੱਕ ਦਫਾ ਹੀ ਕਰਦੇ। ਤੇ ਡੀਵਰਮਿੰਗ? ਡੀਵਰਮਿੰਗ ਜੇ ਤਾਂ ਹੁੰਦਾ ਸਟਾਰਟ ਹੀ ਕਰਨਾ, ਜੇ ਜ਼ਰੂਰਤ ਪੈ ਤਾਂ ਕਰ ਲਈਦੀ, ਨਹੀਂ ਜ਼ਰੂਰਤ ਪੈ ਤਾਂ ਨਹੀਂ ਕਰੀ। ਅੱਛਾ ਸਰ, ਕੁਝ ਲੋਕੀ ਹੁੰਦੇ ਨੇ ਉਹ ਬੱਚੇ ਲੈ ਆਉਂਦੇ ਨੇ ਲੇਕਿਨ ਉਹਨਾਂ ਨੂੰ ਆਖਰੀ ਮਹੀਨੇ ਜਾ ਕੇ ਵੰਡਾ ਇਸਤੇਮਾਲ ਕਰਾਉਂਦੇ ਤਿਆਰੀ ਵਾਸਤੇ। ਤੁਸੀਂ ਇਹਨਾਂ ਨੂੰ ਵੰਡਾ ਆਖਰੀ ਮਹੀਨੇ ਤਿਆਰ ਪਾਉਂਦੇ ਹੋ ਕਿ 6 ਮਾਹ ਹੀ ਪਾਉਂਦੇ ਹੋ? ਨਹੀਂ, ਅਸੀਂ ਰੂਟੀਨ ਨਾਲ ਪਾਉਂਦੇ। 1 ਮਹੀਨੇ ਦੇ ਵੰਡਾ ਕੋਈ ਫਰਕ ਨਹੀਂ ਕਰਦਾ। ਅਸੀਂ ਰੂਟੀਨ ਨਾਲ ਇਸਤੇਮਾਲ ਕਰਦੇ। ਸਰ ਤੁਸੀਂ ਇਹਨਾਂ ਦੀ ਖੁਰਾਕ ਦੇ ਵਿੱਚ ਸਬਜ਼ ਚਾਰਾ ਬਿਹਤਰ ਕਹੋਗੇ ਜਾਂ ਮਕਈ ਦਾ ਸਾਇਲੇਜ ਬਿਹਤਰ ਰਹੇਗਾ? ਅਸੀਂ ਸਾਇਲੇਜ ਦਾ ਇਸਤੇਮਾਲ ਨਹੀਂ ਕੀਤਾ ਕੋਈ। ਅਸੀਂ ਜਿਹੜਾ ਆਪਣਾ ਰੂਟੀਨ ਨਾਲ ਚਾਰਾ ਅਸੀਂ ਉਹ ਇਸਤੇਮਾਲ ਕਰਨੇ ਤੇ ਉੱਤੇ ਖੁਦ ਸੈਟੀਸਫਾਈਡ ਹਾਂ। ਸਾਨੂੰ ਉਹ ਬਿਹਤਰ ਲੱਗਦਾ ਬਸ। ਇੰਨੇ ਜਾਨਵਰਾਂ ਵਾਸਤੇ ਮਾਸ਼ਾਅੱਲਾ ਚਾਰਾ ਕਿੰਨਾ ਕਾਸ਼ਤ ਕੀਤਾ ਜੇ? ਅਸੀਂ 3 ਤੋਂ 4 ਕਿਲੋ ਜਿਹੜਾ ਚਾਰਾ ਕਾਸ਼ ਕਰਨਾ, ਬਾਕੀ ਸਾਡੀ ਅਸੀਂ ਪਰਾਲੀ ਜਾਂ ਤੂੜੀ ਇਸਤੇਮਾਲ ਕਰਨੇ। ਇਹ ਸਰ ਕਹਿੰਦੇ ਜਿਹੜੇ ਬੱਚੇ ਹੁੰਦੇ ਨੇ ਇਹਨਾਂ ਨੂੰ ਚਿਚੜਾਂ ਦਾ ਬੜਾ ਮਸਲਾ ਹੁੰਦਾ ਵੇ, ਉਹਦੀ ਕੋਈ ਕੀ ਇਹਤਿਆਤੀ ਤਦਾਬੀਰ ਕਰਦੇ ਹੋ? ਉਹਦਾ ਕੋਈ ਇੰਜੈਕਸ਼ਨ ਵਗੈਰਾ ਲਵਾ ਲਈ ਤੇ ਜ਼ਰੂਰਤ ਪੈ ਜਾਂਦੀ, ਨਹੀਂ ਤੇ ਵੈਸੇ ਵੀ ਐਸਾ ਕੁਝ ਰੱਖੀਆਂ ਹੁੰਦੀਆਂ ਨੇ ਦਵਾਈਆਂ, ਉਹ ਇਸਤੇਮਾਲ ਕਰ ਲੈਂਦੀਆਂ ਨੇ। ਮਾਸ਼ਾਅੱਲਾ ਤੁਹਾਡਾ ਕਾਫੀ ਤਜਰਬਾ ਹੈ। ਇਹਨਾਂ ਨੂੰ ਬਿਮਾਰੀਆਂ ਸਰਦੀਆਂ ਜ਼ਿਆਦਾ ਲੱਗਦੀਆਂ ਨੇ ਗਰਮੀਆਂ ਜ਼ਿਆਦਾ ਲੱਗਦੀਆਂ ਨੇ? ਸਰਦੀਆਂ ਜ਼ਿਆਦਾ ਲੱਗਦੀਆਂ ਨੇ। ਸਰਦੀਆਂ 'ਚ ਸਰਦੀਆਂ ਬਿਮਾਰੀਆਂ ਕਹਿੰਦੇ ਨੇ ਜਿਹੜਾ ਇਨਸਾਨ ਕਾਰੋਬਾਰ ਕਰਦਾ ਵੇ ਉਹਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਵੇ। ਤੁਹਾਨੂੰ ਤੀਸਰਾ ਸਾਲ ਕਾਰੋਬਾਰ ਕਰਦੇ ਆ, ਸਟਾਰਟਿੰਗ ਸਰ ਤੁਹਾਨੂੰ ਕਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ? ਸਾਨੂੰ ਇੱਥੇ ਸਿਰਫ ਮਸਲਾ ਹੁੰਦਾ ਲੇਬਰ ਦਾ ਜ਼ਿਆਦਾ। ਲੇਬਰ ਜਿਹੜੀ ਨੇ ਉਹਦੀ ਬੜੀ ਪ੍ਰੋਬਲਮ ਆਉਂਦੀ, ਉਹ ਮਿਲਣਾ ਮੁਸ਼ਕਲ ਹੋ ਜਾਂਦੀ। ਤੇ ਅਗਰ ਲੇਬਰ ਮਿਲ ਜਾਏ ਤਾਂ ਬਾਕੀ ਤਾਂ ਕੋਈ ਇਹਦਾ ਮਸਲਾ ਨਹੀਂ ਇਸ ਕਾਰੋਬਾਰ। ਇਸ ਮਸਲੇ ਨੂੰ ਕਿੰਝ ਹੱਲ ਕੀਤਾ ਜਾ ਸਕਦਾ ਫਿਰ? ਲੇਬਰ ਦਾ ਮਸਲਾ ਜਿਹੜਾ ਉਹ ਆਲਰੇਡੀ ਵੈਸੇ ਤਾਂ ਕਹਿੰਦੇ ਪਾਕਿਸਤਾਨ ਬੇਰੁਜ਼ਗਾਰ ਵੀ ਬੜੀ ਜੀ, ਲੇਕਿਨ ਮਿਲਦਾ ਤਾਂ ਕੋਈ ਨਹੀਂ ਬੰਦਾ ਕੰਮ ਕਰਨ ਵਾਲਾ। ਸਾਨੂੰ ਤਾਂ ਨਹੀਂ, ਬਹੁਤ ਮੁਸ਼ਕਲ ਹੁੰਦਾ ਲੇਬਰ ਨੂੰ ਆਪਣਾ। ਅੱਛਾ ਮਾਸ਼ਾਅੱਲਾ, ਤੁਸੀਂ ਇਸ ਟਾਈਮ ਜਿਹੜੀ ਜਗ੍ਹਾ ਕਵਰ ਕੀਤੀ ਇਹਨਾਂ ਬੱਚਿਆਂ ਵਾਸਤੇ ਉਹ ਕਿੰਨੀ ਕਵਰ ਕੀਤੀ ਜੇ? ਅਸਾਂ 4 ਕਨਾਲ ਦੀ ਤਕਰੀਬਨ ਜਗ੍ਹਾ ਕਵਰ ਕੀਤੀ। 4 ਕਨਾਲ ਮਾਸ਼ਾਅੱਲਾ। ਕੁਝ ਤੁਹਾਡੇ ਕੋਲ ਬੱਚੇ ਵੱਡੇ ਨੇ, ਕੁਝ ਛੋਟੇ ਨੇ, ਠੀਕ ਹੈ। ਜ਼ਿਆਦਾ ਕਿੰਨੀ ਉਮਰ ਵਾਲਾ ਬੱਚਾ ਤੁਹਾਡੇ ਕੋਲ ਮੌਜੂਦ ਹੈ ਤੇ ਘੱਟ ਤੋਂ ਘੱਟ ਉਮਰ ਵਾਲਾ ਕਿੰਨੀ ਮੌਜੂਦ ਜੇ? ਸਾਡੇ ਕੋਲ ਇਸ ਟਾਈਮ 1.5 ਸਾਲ ਤੋਂ ਲੱਗ ਕੇ ਤੇ 2 ਸਾਲ 2.5 ਸਾਲ ਦਾ ਬੱਚਾ ਜਿਹੜਾ ਮਿਲਿਆ। ਇਹਨਾਂ ਨੂੰ ਸਾਰਿਆਂ ਨੂੰ ਈਦ ਤੇ ਸੇਲ ਕਰਦੇ ਹੋ ਜਾਂ ਪਹਿਲਾਂ ਵੀ ਸੇਲ ਕਰ ਦਿੰਦੇ ਹੋ ਅਗਰ ਕੋਈ ਗਾਹਕ ਪਵੇ ਤੇ? ਅਸੀਂ ਬੱਚਿਆਂ ਨੂੰ ਈਦ ਤੇ ਸੇਲ ਕਰਨੇ ਆ। ਕਿਹੜੀ ਮੰਡੀ ਖੜ ਕੇ ਸੇਲ ਕਰਦੇ ਹੋ? ਅਸੀਂ ਸਿਆਲਕੋਟ ਮੰਡੀ ਸਟਾਰਟ ਕਰਨੇ ਆ। ਸਿਆਲਕੋਟ ਬਿਹਤਰ ਮੰਡੀ ਵੀ ਰਹੀ ਜਾਂਦੀ ਹੈ ਸਾਡੇ ਵਾਸਤੇ, ਬਿਹਤਰ ਆ ਜਾਂਦੀ ਹੈ। ਅੱਛਾ ਸਰ, ਇਹ ਦੱਸੋ ਕਿ ਤੁਸੀਂ ਆਪਣੇ ਜਾਨਵਰਾਂ ਨੂੰ ਆਮ ਰੂਟੀਨ ਵਿੱਚ ਕੋਈ ਮਿਰਚ ਮਸਾਲਾ ਵੀ ਦਿੰਦੇ ਹੋ? ਬਿਲਕੁਲ ਦਿੰਦੇ ਆ। ਇਹੋ ਤਿਆਰ ਕੀਤਾ ਹੈ? ਖੁਦ ਤਿਆਰ ਕਰੀਦੇ। ਇਹ ਸਰ ਤੁਸੀਂ ਉਹ ਜਿਹੜਾ ਮਸਾਲਾ ਤਿਆਰ ਕੀਤਾ ਹੈ ਕਿਹੜੀ ਚੀਜ਼ ਦਾ ਤਿਆਰ ਕੀਤਾ ਹੈ ਤੇ ਕਿੰਨੇ ਦਿਨ ਬਾਅਦ ਇਹਨਾਂ ਨੂੰ ਇਸਤੇਮਾਲ ਕਰਾਉਂਦੇ ਹੋ? ਅਸੀਂ ਇਹਨਾਂ ਨੂੰ ਮਹੀਨੇ ਬਾਅਦ ਤਕਰੀਬਨ ਪਿਆਜ਼, ਸਬਜ਼ ਮਿਰਚ ਇਹੋ ਜਿਹੀਆਂ ਚੀਜ਼ਾਂ ਮਿਕਸ ਕਰਕੇ ਇਹਨਾਂ ਨੂੰ ਦੇਣੇ ਆ। ਇਹ ਮਹੀਨੇ ਬਾਅਦ ਦੇਣੇ ਆ। ਇਸ ਤੋਂ ਇਲਾਵਾ ਤੁਸੀਂ ਹੋਰ ਕਿਹੜੀਆਂ ਗੱਲਾਂ ਦਾ ਖਿਆਲ ਰੱਖਦੇ ਹੋ ਕਿ ਇਹਨਾਂ ਦੀ ਜਿਹੜੀ ਤਿਆਰੀ ਹੈ, ਇਹਨਾਂ ਦੀ ਜਿਹੜੀ ਗਰੋਥ ਹੈ ਉਹ ਅੱਛੀ ਹੋਏ? ਅਸੀਂ ਇਹਨਾਂ ਵਾਸਤੇ ਜ਼ਿਆਦਾ ਬਿਹਤਰ ਤਿਆਰੀ ਜਿਹੜੇ ਕਰਨੇ ਨਾ, ਕੋਸ਼ਿਸ਼ ਪਾਣੀ ਵੇਲ ਇਹਨਾਂ ਨੂੰ ਤਾਜ਼ਾ ਮਿਲਦਾ ਰਹੇ। ਰੋਜ਼ਾਨਾ ਤੁਸੀਂ ਕਿੰਨੀ ਦਫਾ ਪਾਣੀ ਪਿਲਾਉਂਦੇ ਹੋ? ਰੋਜ਼ਾਨਾ ਅਸੀਂ 3 ਦਫਾ ਇਹਨਾਂ ਨੂੰ ਪਾਣੀ ਪਿਆਉਂਦੇ। ਤੇ ਅਗਰ ਇਹਨਾਂ ਨੂੰ ਖੁੱਲਿਆਂ ਛੱਡ ਕੇ ਪਾਲਿਆ ਜਾਏ ਤੇ ਫਿਰ ਬਿਹਤਰ ਨਹੀਂ ਕਿ ਆਪਣੀ ਮਰਜ਼ੀ ਨਾਲ ਜਿੰਨਾ ਪੀਣਾ ਚਾਹਣ ਪੀ ਲੈਣ? ਫਿਰ ਇਹ ਜ਼ਿਆਦਾ ਨਿਕਲ ਜਾਂਦੇ ਨੇ, ਕੰਟਰੋਲ ਨਹੀਂ ਹੋ ਸਕਦੇ ਨਾ, ਬੰਨ ਕੇ ਕੰਟਰੋਲ ਹੋ ਜਾਂਦੇ ਨੇ। ਵੈਸੇ ਆਪਸ ਲੜਾਈ ਬੜੀ ਕਰਦੇ ਨੇ, ਫਿਰ ਉਹ ਮਸਲਾ ਬਣ ਜਾਂਦਾ, ਦੀਵਾਰਾਂ ਫਲਾਂਗ ਜਾਂਦੇ ਨੇ, ਬਾਹਰ ਨਿਕਲ ਜਾਂਦੇ। ਛੋਟਾ ਜਾਨਵਰ ਕੰਟਰੋਲ ਹੋ ਜਾਂਦਾ, ਵੱਡਾ ਜਾਨਵਰ ਕੰਟਰੋਲ ਨਹੀਂ ਹੁੰਦਾ। ਅੱਛਾ ਸਰ,
ਕੁਝ ਲੋਕ ਕਹਿੰਦੇ ਨੇ ਸਬਜ਼ ਚਾਰੇ ਨਾਲ ਜਿਹੜਾ ਜਾਨਵਰ ਕਮਜ਼ੋਰ ਹੋ ਜਾਣਾ, ਤੁਸੀਂ ਤੂੜੀ ਤੇ ਵੰਡਾ ਬਿਹਤਰ ਕਹੋਗੇ ਜਾਂ ਸਬਜ਼ ਚਾਰਾ ਬਿਹਤਰ ਕਹੋਗੇ? ਨਹੀਂ, ਮਿਕਸ ਕਰਕੇ ਸਬਜ਼ ਚਾਰਾ, ਵੈਸੇ ਜਿਹੜਾ ਖਾਲੀ ਸਬਜ਼ ਚਾਰਾ ਹੈ ਉਹ ਬਾਕੀ ਕਮਜ਼ੋਰ ਕਰਦਾ ਜਾਂਦਾ। ਉਹਦੀ ਕੀ ਵਜ੍ਹਾ, ਕਿਉਂ ਕਮਜ਼ੋਰ ਹੋ ਜਾਂਦਾ ਜਾਨਵਰ? ਉਹ ਜਾਨਵਰ ਜਿਸ ਤਰ੍ਹਾਂ ਖਾਂਦਾ ਹੈ ਉਸ ਤਰ੍ਹਾਂ ਹੀ ਤਕਰੀਬਨ ਹਜ਼ਮ ਕਰਕੇ ਬਰਗਰ ਛੇ ਤੇ ਕਮਜ਼ੋਰ ਹੋ ਜਾਂਦਾ, ਨਾਲੇ ਉਹਨੂੰ ਉਹਦਾ ਜਿਹੜਾ ਗੋਬਰ ਉਹ ਪਤਲਾ ਹੋ ਜਾਂਦਾ, ਉਹਦੇ ਤੋਂ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ। ਤੁਹਾਡਾ ਫਿਰ ਕੀ ਤਜਰਬਾ ਵੇ, ਬਿਹਤਰ ਕਿਹੜਾ ਰਹਿੰਦਾ ਵੇ, ਤੂੜੀ ਤੇ ਵੰਡਾ ਜਾਂ ਸਬਜ਼ ਚਾਰਾ? ਨਹੀਂ, ਮਿਕਸ ਕਰਕੇ ਪਾਇਆ ਜਾਏ ਤਾਂ ਉਹ ਚੰਗਾ। ਅਸੀਂ ਤਾਂ ਮਿਕਸ ਕਰਕੇ ਪਾਉਂਦੇ ਹਾਂ ਤਾਂ ਉਹ ਬਿਹਤਰ ਹੈ ਸਾਡਾ। ਮਾਸ਼ਾਅੱਲਾ, ਤੁਸੀਂ ਸਰ ਕਾਫੀ ਕੀਮਤੀ ਗੱਲਾਂ ਦੱਸੀਆਂ ਨੇ। ਤੁਹਾਡੇ ਕਾਰੋਬਾਰ ਦੇ ਮੁਤਲਕ ਕੋਈ ਅਹਿਮ ਗੱਲ ਜਿਹੜੀ ਅਸੀਂ ਨਹੀਂ ਪੁੱਛੀ, ਜਾਂ ਜਿਹੜੇ ਦੋਸਤ ਵੀਡੀਓ ਵੇਖਦੇ ਨੇ ਪਏ ਉਹਨਾਂ ਦਾ ਜ਼ੇਨ ਹੈ ਵੱਛੇ ਪਾਲ ਕੇ ਈਦ ਉੱਤੇ ਸੇਲ ਕਰਨਾ, ਉਹਨਾਂ ਵਾਸਤੇ ਕੋਈ ਅੱਛਾ ਜਿਹਾ ਮੁਹਲਸ ਮਸ਼ਵਰਾ? ਨੀਅਤ ਸਾਫ਼ ਕਰੋ, ਨੀਅਤ ਸਾਫ਼ ਨੂੰ ਬਿਹਤਰ ਹੈ, ਇੰਪੋਰਟੈਂਟ ਇਹਦੇ ਵਿੱਚ। ਤੇ ਦੂਸਰਾ, ਮੁਨਾਫਾ ਪੂਰਾ ਰੱਖ ਕੇ ਤੇ ਆਪਣੇ ਰੂਟੀਨ ਨਾਲ ਕੰਮ ਕਰਨਾ ਚਾਹੀਦਾ। ਇੱਕ ਸਾਲ ਕਰ ਲਓ, ਦੂਸਰੇ ਸਾਲ ਛੱਡ ਦਿਓ, ਕੋਈ ਮਸਲਾ, ਕੋਈ ਫਾਇਦਾ ਨਹੀਂ। ਰੂਟੀਨ ਨਾਲ ਕੰਮ ਕਰੋ, ਅੱਲਾਹ ਤਾਲਾ ਇਜਾਜ਼ਤ ਬਿਹਤਰ ਕਰਦਾ। ਠੀਕ ਹੈ, ਸਾਥ ਰੱਖੋ ਤੇ ਅੱਲਾਹ ਤੌਫੀਕ ਕਰਕੇ। ਇੱਕ ਸਰ ਸਵਾਲ ਬੜਾ ਅਹਿਮ ਜ਼ੇਨ 'ਚ ਆ ਰਿਹਾ ਹੈ, ਇਹ ਜਿਹੜੀ ਲਾਸਟ ਈਦ ਗੁਜ਼ਰੀ ਹੈ ਇਹਦੇ ਤੇ ਬਾਜ਼ ਲੋਕਾਂ ਨੂੰ ਜਿਹੜਾ ਨਾ ਨੁਕਸਾਨ ਵੀ ਹੋਇਆ, ਕਿਉਂਕਿ ਮੰਡੀ 'ਚ ਜਿਹੜਾ ਨਾ ਰੇਟ ਕਮ ਸੀ। ਤੁਸੀਂ ਕੀ ਕਹਿਣਾ ਚਾਹੋਗੇ ਕਿ ਜਦੋਂ ਜਾਨਵਰ ਸੇਲ ਕਰਨਾ ਹੈ ਉਹ ਮੰਡੀ 'ਚ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਤਾਂ ਕਿ ਜਾਨਵਰ ਜਿਹੜਾ ਨਾ ਕਿ ਅੱਛਾ ਸੇਲ ਹੋਈਏ? ਮੰਡੀ ਜਿਹਦਾ ਨਾਮ ਮੰਡੀ, ਉਹਦੇ ਰੇਟ ਦਾ ਕੋਈ ਨਹੀਂ ਹੁੰਦਾ, ਉਹ ਰਸਦ ਤੇ ਤਲਬ ਦੇ ਹਿਸਾਬ ਨਾਲ ਹੁੰਦਾ। ਜੇ ਤੁਹਾਡਾ ਲਾਸ ਹੁੰਦਾ ਤਾਂ ਤੁਸੀਂ ਨਾ ਵੇਚੋ ਮਾਲ, ਅਗਲੇ ਸਾਲ ਵਾਸਤੇ ਤਿਆਰ ਕਰ ਲਓ। ਸਾਡੇ ਕੋਲ 5-6 ਜਾਨਵਰ ਐਸੇ ਨੇ ਜਿਹੜੇ ਅਗਲੇ ਸਾਲ ਪਿਛਲੇ ਸਾਲ ਦੇ ਰੱਖੇ, ਇਸ ਸਾਲ ਸੇਲ ਕਰਨਾ। ਸਾਨੂੰ ਤਾਂ ਲਾਸ ਨਹੀਂ ਹੋਇਆ, ਅਸਾਂ ਪ੍ਰੋਫਿਟ ਲੈ ਕੇ ਦਿੱਤੇ। ਜਿੱਥੇ ਲਾਸ ਹੁੰਦਾ ਖਤਰਾ ਸੀ, ਜਾਨਵਰ ਵਾਪਸ ਲੈਂਦੇ। ਸਰ, ਉਹ ਜਿਹੜਾ ਜਾਨਵਰ ਤੁਸੀਂ 6 ਮਹੀਨੇ ਵਾਸਤੇ ਤਿਆਰ ਕਰਦੇ ਹੋ ਉਹ ਤੁਸੀਂ ਫਿਰ ਅਗਲੀ ਈਦ ਤੇ ਲੈ ਕੇ ਜਾਓਗੇ, ਉਹਨੂੰ ਤਕਰੀਬਨ 18 ਜਿਹੜਾ ਨਾ ਮਹੀਨੇ ਹੋਈਆਂ ਨੇ, 1.5 ਸਾਲ। ਉਹ ਐਡਾ ਲੌਂਗ ਪੀਰੀਅਡ ਤੁਹਾਡੇ ਵਾਸਤੇ ਨੁਕਸਾਨਦੇਹ ਨਹੀਂ ਕਿ ਤੁਹਾਡਾ ਖਰਚਾ ਜ਼ਿਆਦਾ ਹੋਈਏ ਇਹਦਾ? ਨਹੀਂ, ਨੁਕਸਾਨ ਤੇ ਨਹੀਂ ਹੋਵੇਗਾ ਕੋਈ ਵੀ। ਅਸੀਂ ਉਹਨੂੰ ਉਸ ਹਿਸਾਬ ਨਾਲ ਪਰਵਰਿਸ਼ ਕਰਨੇ। ਸਾਡਾ ਫਰਕ ਹੈ ਜਿਹੜੇ 6 ਮਹੀਨੇ ਜਾਨਵਰ ਸਾਹਮਣੇ ਉਹਨਾਂ ਨੂੰ ਤੇ 9 ਸਾਲ ਸਾਹਮਣੇ ਉਹਨਾਂ ਦਾ ਫਰਕ ਨਜ਼ਰ ਆਉਂਦਾ। ਪੂਰੀ ਸਾਲ ਬਾਅਦ ਕੀਮਤ ਉਹਨੀ ਵੱਧ ਜਾਏ। ਜੀ ਸਰ, ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਹੈ, ਬੜੀ ਅੱਛੀ ਗੁਫ਼ਤਗੂ ਕੀਤੀ ਹੈ। ਅੱਲਾਹ ਹਾਫਿਜ਼।